परमेश्वर के पवित्र नाम की तारीफ होवे कि उसने सानू अपनी हजूरी बख्शी, अपनी हजूरी इकट्ठा होने के वास्ते कृपा दी। परमेश्वर के वचन के विचों चंद शब्द सिखांगे, पढ़ांगे। रोमिया शेबाब, रोमिया शेबाब ओदी एक आयत। सो हम क्या करें? क्या हम पाप करते रहें कि अनुग्रह बहुत हो? तो लिखा गया कि असी की करिए कि असी पाप करते रहिए। हाँ जी, थोड़ा आगे बढ़े। कदापि नहीं। हम जब पाप के लिए मर गए तो फिर आगे को उसमें क्यों जीवन बिताएं? हाँ जी, पंजाबी ਦੇ ਵਿੱਚ सही ट्रांसलेशन है, ਇਹਨੂੰ ਪੜਾਂਗੇ। ਹੁਣ ਅਸੀਂ ਕੀ ਆਖੀਏ ਕਿ ਪਾਪ ਕਰਨ ਵਿੱਚ ਲੱਗੇ ਰਹੀਏ ਭਈ ਕਿਰਪਾ ਬਹਾਲੀ ਹੋਵੇ? ਕਦੇ ਪਾਪ ਹੁਣ ਅਸੀਂ ਕੀ ਆਖੀਏ ਕਿ ਪਾਪ ਕਰਨ ਦੇ ਵਿੱਚ ਲੱਗੇ ਰਹੀਏ ਵੀ ਕਿਰਪਾ ਬਾਹਲੀ ਹੋਵੇ? ਕਦੇ ਨਹੀਂ। ਇਸ ਤੋਂ ਵੀ ਅੱਗੇ ਇਬਰਾਨੀਆਂ ਦਾ ਲਿਖਾਰੀ ਲਿਖਦਾ ਕਿ ਜਦੋਂ ਅਸੀਂ ਇਬਰਾਨੀਆਂ 10 ਬਾਬ ਉਹਦੀ 26 ਤੇ 27 ਆਇਤ ਨੂੰ ਪੜ੍ਹਦੇ ਹਾਂ, ਇਬਰਾਨੀਆਂ 10 ਦੀ 26 ਤੇ 27। ਜੇ ਅਸੀਂ ਸੱਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁੱਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਿਮਿਤ ਫੇਰ ਕੋਈ ਬਲੀਦਾਨ ਨਹੀਂ, ਪਰ ਨਿਉ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। क्योंकि सच्चाई की पहचान प्राप्त करने के बाद यदि हम जानबूझकर पाप करते रहें, सो सच्चाई की पहचान करने तो बाद लिखा कि जे ਅਸੀਂ ਜਾਣ ਬੁੱਝ ਕੇ ਪਾਪ ਕਰਦੇ ਰਹੀਏ, ਹਾਂਜੀ, तो पापों के लिए फिर कोई बलिदान बाकी नहीं। ਫਿਰ ਪਾਪਾਂ ਦੇ ਵਾਸਤੇ ਫਿਰ ਕੋਈ ਵੀ ਐਸਾ ਬਲੀਦਾਨ ਨਹੀਂ ਆ ਕਿ ਜਿਹੜਾ ਬਾਕੀ ਹੋਵੇ। ਹਾਂਜੀ, हाँ, दंड का एक भयानक बाढ़ जोना और आग का जबलन बाकी है जो विरोधियों को भस्म कर देगा। तो इसका मतलब है कि उस तो बाद फिर न्याय होवेगा ते जिवें लिखा गया। ਇਹਦੀ 27 ਆਇਤ ਨੂੰ ਫਿਰ ਪੰਜਾਬੀ ਚ ਪੜਾਂਗੇ। ਪਰ ਨਿਉ ਦੀ ਭਿਆਨਕ ਉਡੀਕ, ਨਿਆਂ ਦੀ ਜਿਹੜੀ ਭਿਆਨਕ ਉਡੀਕ ਆ ਅਤੇ ਅੱਗ ਦੀ ਸੜਨ ਬਾਕੀ ਹੈ। ਅੱਗ ਦੀ ਸੜਨ ਜਿਹੜੀ ਆ ਉਹ ਬਾਕੀ ਆ, ਬਲੀਦਾਨ ਤੇ ਬਾਕੀ ਨਹੀਂ ਆ, ਪਰ ਅੱਗ ਦੀ ਸੜਨ ਅਜੇ ਕੀ ਆ? ਬਾਕੀ ਆ, ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। ਜਿਹੜੀ ਵਿਰੋਧੀਆਂ ਨੂੰ ਕੀ ਕਰ ਦੇਵੇਗੀ? ਭਸਮ ਕਰ ਦੇਵੇਗੀ। तो ਇਹਦਾ ਮਤਲਬ ਹੈ ਕਿ ਜੈਸਾ ਪੌਲਸ ਨੇ ਕਿਹਾ ਕਿ ਕੀ ਅਸੀਂ ਪਾਪ ਕਰਨ ਦੇ ਵਿੱਚ ਲੱਗੇ ਰਹੀਏ ਕਿ ਕਿਰਪਾ ਵਾਲੀ ਹੋਵੇ? ਕਹਿੰਦਾ ਕਦੇ ਨਹੀਂ। तो ਜਿਵੇਂ ਲਿਖਿਆ ਗਿਆ ਕਿ ਜਦੋਂ ਅਸੀਂ ਸੱਚ ਨੂੰ ਜਾਣ ਜਾਂਦੇ ਆ, ਜਦੋਂ ਅਸੀਂ ਸੱਚਾਈ ਤੋਂ ਵਾਕਿਫ ਹੋ ਜਾਂਦੇ ਆ ਤੇ ਜੇ ਜਾਣ ਬੁੱਝ ਕੇ ਪਾਪ ਕਰਦੇ ਆ ਤੇ ਫਿਰ ਇਹਦਾ ਮਤਲਬ ਹੈ ਕਿ ਉਹ ਪਾਪਾਂ ਦੇ ਵਿਖੇ ਫਿਰ ਕੋਈ ਐਸਾ ਬਲੀਦਾਨ ਬਚਿਆ ਨਹੀਂ। तो ਅੱਜ ਸਾਨੂੰ ਜਦੋਂ ਅਸੀਂ ਸੱਚ ਤੋਂ ਵਾਕਿਫ ਹੋ ਜਾਂਦੇ ਆ, ਜਦੋਂ ਅਸੀਂ खुदा दे कोल आने आ, बाइबल में लिखा जो तुसीं पहला करंथियां शेबाब की 20 आयत ਨੂੰ पढ़ते हैं, उत्थे लिखा पढ़ लवांगे सुनो। पहला करंथियां 6 की 20। ਸਗੋਂ ਭਰਾ ਉੱਤੇ ਨਾਲਿਸ਼ ਕਰਦਾ ਸੋ ਵੀ ਬੇਪ੍ਰਤੀਤਿਆਂ ਦੇ ਅੱਗੇ। हिंदी चोरी। क्योंकि दाम देकर मोल लिए गए हो, इसलिए अपनी देह के द्वारा परमेश्वर की महिमा करो। कहता कि तुसी 6 की 20 सी। ਹਾਂਜੀ, ਤੁਹਾਡੀ ਜਿਹੜੀ ਆ ਕੀਮਤ ਅਦਾ ਕੀਤੀ ਗਈ ਆ, ਦਾਮ ਦੇकर मोल लिए गए हो। ਪੰਜਾਬੀ ਚ ਕੀ ਲਿਖਿਆ? ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ। ਤੁਸੀਂ ਮੁੱਲ ਨਾਲ ਲਏ ਹੋਏ ਜੀ। ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ਰ ਦੀ ਵਡਿਆਈ ਕਰੋ। ਤੋ ਆਪਣੀ ਦੇਹ ਜਿਹੜੀ ਆ, ਜਿਹੜਾ ਸਾਡਾ ਸਰੀਰ ਆ, ਇਹਦੇ ਨਾਲ ਕੀ ਕਰੋ? ਪਰਮੇਸ਼ਰ ਦੀ ਵਡਿਆਈ ਕਰੋ। ਜਦੋਂ ਅਸੀਂ ਅਫਸੀਆਂ 1 ਬਾਬ
ਉਹਦੀ 14 ਆਇਤ ਨੂੰ ਪੜ੍ਹਦੇ ਹਾਂ। ਇਹ ਪਰਮੇਸ਼ਰ ਦੇ ਨਿਜ ਦਿਆਂ ਲੋਕਾਂ ਦੇ ਨਿਸਤਾਰੇ ਦੇ ਲਈ ਸਾਡੇ ਅਧਿਕਾਰ ਦੀ ਸਾਈ ਹੈ कि वह महिमा दी उस्तत होवे। वह उसके मोल लिए हुए के छुटकारे के लिए हमारी मिरास का बयाना है कि उसकी तो ਇਹਦਾ ਮਤਲਬ ਕਿ ਉਹਨੇ ਸਾਨੂੰ ਸਾਡੀ ਕੀਮਤ ਅਦਾ ਕੀਤੀ ਆ। ਤੋ ਕਹਿੰਦਾ ਕਿ ਉਹ ਸਾਡੀ ਮਿਰਾਸ ਦਾ ਕੀ ਆ, ਬਿਆਨਾ ਆ। ਉਹਨੇ ਉਹ ਸਾਈ ਦਿੱਤੀ ਹੋਈ ਆ, ਬਿਆਨਾ ਦਿੱਤਾ ਹੋਇਆ ਆ ਤੇ ਸਾਨੂੰ ਆਪਣੀ ਨਿੱਜੀ ਸੰਪਤੀ ਬਣਾ ਲਿਆ, ਸਾਨੂੰ ਆਪਣੀ ਮਿਰਾਸ ਬਣਾ ਲਿਆ ਆ। ਤੇ ਜਦੋਂ ਅਸੀਂ ਉਹਦੀ ਪ੍ਰਾਪਰਟੀ ਬਣ ਚੁੱਕੇ ਆ, ਜਦੋਂ ਅਸੀਂ ਉਹਦੀ ਸੰਪਤੀ ਬਣ ਚੁੱਕੇ ਆ, ਫਿਰ ਜਿਹੜੀ ਸਾਡੀ ਦੇਹ ਆ, ਕਿਉਂਕਿ ਇਹ ਜਿਹੜੀ ਦੇਹ ਆ ਇਹ ਅਸੀਂ ਮੁੱਲ ਨਾਲ ਲਏ ਗਏ ਆ। ਜਿਵੇਂ ਪਤਰਸ ਨੇ ਵੀ ਕਿਹਾ, ਪਤਰਸ ਪਹਿਲਾ ਪਤਰਸ 1 ਬਾਬ ਉਹਦੀ 18-19 ਆਇਤ ਨੂੰ ਜਦੋਂ ਅਸੀਂ ਪੜਾਂਗੇ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਸੀਂ ਜੋ ਆਪਣੀ ਅਕਾਰਤ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚੱਲੀ ਆਈ ਹੈ ਨਿਸਤਾਰਾ ਪਾਇਆ, ਸੋ ਨਾਸ਼ਵਾਨ ਵਸਤਾਂ ਅਰਥਾਤ ਚਾਂਦੀ ਸੋਨੇ ਨਾਲ ਨਹੀਂ, ਸਗੋਂ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ, ਜਿਹੜਾ ਨੇਕਲੰਕ ਅਤੇ ਬੇਦਾਗ ਲੇਲੇ ਦੀ ਨਿਆਈ ਸੀ। 18-19 क्योंकि तुम जानते हो कि तुम्हारा निकम्मा चाल चलन जो बाप दादों से चला आता है, उससे तुम्हारा छुटकारा चांदी सोने अर्थात नाशमान वस्तु के द्वारा नहीं हुआ, पर निर्दोष और निष्कलंक मेमने अर्थात मसीह के बहुमूल्य लहू के द्वारा हुआ। तो ਇਹਦਾ ਮਤਲਬ ਕਿ ਅਸੀਂ ਮੁੱਲ ਨਾਲ ਲਏ ਗਏ ਆ, ਸਾਡੀ ਕੀਮਤ ਅਦਾ ਕੀਤੀ ਗਈ ਆ। ਫਿਰ ਉਹ ਜਿਹੜੀ ਕੀਮਤ ਆ, ਕਹਿੰਦਾ ਕਿ ਕਿਦਾਂ ਕਿਹੜਾ ਲਹੂ ਉਹਦੇ ਬਦਲੇ ਵਹਾਇਆ ਗਿਆ, ਨੇਕਲੰਕ ਤੇ ਬੇਦਾਗ ਲੇਲੇ ਦੀ ਨਿਆਈ। ਬੇਦਾਗ ਲੇਲੇ ਦੀ ਨਿਆਈ। ਕਹਿੰਦਾ ਕਿ ਤੁਹਾਡੀ ਜਿਹੜੀ ਚਾਲ ਸੀ ਪਿਓ ਦਾਦਿਆਂ ਦੇ ਸਮਿਆਂ ਤੋਂ ਕੀ ਸੀਗੀ, ਅਕਾਰਥ ਚਾਲ ਸੀਗੀ। ਸਾਡਾ ਜਿਹੜਾ ਛੁਟਕਾਰਾ ਹੈ, ਕਹਿੰਦਾ ਕਿ ਸੋਨੇ ਚਾਂਦੀ ਦੇ ਨਾਲ ਨਹੀਂ, ਬਹੁਮੁੱਲੇ ਪੱਥਰਾਂ ਦੇ ਨਾਲ ਨਹੀਂ, ਬਲਕਿ ਨੇਕਲੰਕ ਤੇ ਬੇਦਾਗ ਲੇਲੇ ਦੀ ਨਿਆਈ। ਨੇਕਲੰਕ ਬੇਦਾਗ ਲੇਲੇ ਨੇ ਆਪਣੀ ਕੁਰਬਾਨੀ ਦਿੱਤੀ। ਤੋ ਸਾਨੂੰ ਆਪਣੀ ਮਿਰਾਸ ਬਣਾਉਣ ਦੇ ਵਾਸਤੇ ਉਹਨੇ ਸਾਨੂੰ ਲੈ ਲਿਆ, ਮੁੱਲ ਲੈ ਲਿਆ। ਅਸੀਂ ਉਹਦੀ ਨਿੱਜ ਸੰਪਤੀ ਬਣ ਚੁੱਕੇ ਹਾਂ। ਇਸ ਕਰਕੇ ਉਹਨੇ ਕਿਹਾ ਕਿ ਕੀ ਅਸੀਂ ਪਾਪ ਕਰਨ ਦੇ ਵਿੱਚ ਲੱਗੇ ਰਹੀਏ ਵੀ ਕਿਰਪਾ ਵਾਲੀ ਹੋਵੇ, ਕਦੇ ਨਹੀਂ। ਜਾਣ ਬੁੱਝ ਕੇ ਕਹਿੰਦਾ ਜੀ ਅਸੀਂ ਪਾਪ ਕਰਾਂਗੇ ਤੇ ਫਿਰ ਪਾਪਾਂ ਦੇ ਨਿਮਿਤ ਕੋਈ ਵੀ ਐਸਾ ਬਲੀਦਾਨ ਬਾਕੀ ਨਹੀਂ ਆ। ਤੋ ਅੱਜ ਅਸੀਂ ਖੂਨ ਖਰੀਦੇ, ਅਸੀਂ ਉਹਦੀ ਮਿਰਾਸ ਬਣਨ ਦੇ ਵਾਸਤੇ ਲਏ ਗਏ। ਤੋ ਇਹਦਾ ਮਤਲਬ ਕਿ ਸਾਡੀ ਦੇਹ ਦੇ ਉੱਤੇ ਸ਼ੈਤਾਨ ਦਾ ਵੀ ਕੋਈ ਹੱਕ ਨਹੀਂ ਆ ਤੇ ਸਾਡਾ ਆਪਣੇ ਆਪ ਦਾ ਵੀ ਕੋਈ ਹੱਕ ਨਹੀਂ ਆ। ਮਾਰਕੀਟ ਦੇ ਵਿੱਚੋਂ ਜਿਹੜਾ ਖਰੀਦਦਾਰ ਹੁੰਦਾ, ਜੋ ਕੁਝ ਵੀ ਉਹ ਖਰੀਦੇਗਾ, ਤੇ ਜਦੋਂ ਉਹ ਕੀਮਤ ਅਦਾ ਕਰ ਦਿੰਦਾ ਤੇ ਉਸ ਵਸਤੂ ਦੇ ਉੱਤੇ ਹੱਕ ਕਿਹਦਾ ਹੋ ਜਾਂਦਾ, ਖਰੀਦਣ ਵਾਲੇ ਦਾ ਹੋ ਜਾਂਦਾ। ਜ਼ਮੀਨ ਜਦੋਂ ਵਿਕਦੀ ਆ ਤੇ ਅਧਿਕਾਰ ਕਿਹਦਾ ਹੋ ਜਾਂਦਾ, ਖਰੀਦਣ ਵਾਲੇ ਦਾ, ਕਿਉਂਕਿ ਉਹਨੇ ਉਸ ਜ਼ਮੀਨ ਦੀ ਕੀਮਤ ਅਦਾ ਕੀਤੀ। ਬਾਜ਼ਾਰ ਦੇ ਵਿੱਚੋਂ ਕੁਝ ਵੀ ਲੈਂਦੇ ਆ ਤੇ ਕੀਮਤ ਅਦਾ ਕਰਨ ਤੋਂ ਬਾਅਦ ਉਹ ਕੀਮਤ, ਉਹ ਵਸਤ ਸਾਡੀ ਹੋ ਜਾਂਦੀ ਆ। ਤੋ ਇਹਦਾ ਮਤਲਬ ਕਿ ਇਹ ਜਿਹੜੀ ਦੇਹ ਆ, ਇਹ ਦੇਹ ਜਿਹੜੀ ਆ, ਇਹਦੇ ਤੇ ਸ਼ੈਤਾਨ ਦਾ ਵੀ ਕੋਈ ਅਧਿਕਾਰ ਨਹੀਂ ਆ ਤੇ ਸਾਡੀ ਆਪਣੀ ਮਰਜ਼ੀ ਦਾ ਵੀ ਕੋਈ ਅਧਿਕਾਰ ਨਹੀਂ ਆ। ਸਾਨੂੰ ਇਹਦੇ ਤੇ ਆਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ। ਇਹਦੇ ਉੱਤੇ ਸਾਨੂੰ ਦੁਆ ਦੇ ਵਿੱਚ ਸ਼ੈਤਾਨ ਨੂੰ ਵੀ ਡਾਂਟਣਾ ਚਾਹੀਦਾ ਕਿ ਇਹਦੇ ਤੇ ਹੁਣ ਤੇਰਾ ਕੋਈ ਹੱਕ ਨਹੀਂ ਆ। ਇਹ ਯਿਸੂ ਮਸੀਹ ਨੇ ਇਹਨੂੰ ਕੀ ਕਰ ਲਿਆ, ਆਪਣੀ ਨਿੱਜ ਸੰਪਤੀ ਬਣਾ ਲਿਆ, ਮਿਰਾਸ ਬਣਾ ਲਿਆ ਆ। ਉਹਨੇ ਇਹ ਕੀਮਤ ਅਦਾ ਕਰ ਦਿੱਤੀ ਆ। ਆਪਣੀ ਮਰਜ਼ੀ ਜਦੋਂ ਸਾਡੇ ਜੀਵਨ ਦੇ ਵਿੱਚ ਹੁੰਦੀ ਆ, ਉਹਨੂੰ ਵੀ ਡਾਂਟਣਾ ਚਾਹੀਦਾ ਕਿ ਮੇਰੀ ਮਰਜ਼ੀ ਵੀ ਨਹੀਂ ਹੋਵੇ। ਜੋ ਇਹਦਾ ਖਰੀਦਦਾਰ ਆ, ਜੋ ਇਹਦਾ ਮਾਲਕ ਆ, ਉਹਦੀ ਮਰਜ਼ੀ ਇਸ ਦੇਹ ਦੇ ਉੱਤੇ ਹੋਵੇ।
ਇਸ ਕਰਕੇ ਪੌਲਸ ਨੇ ਇਹ ਗੱਲ ਕਹੀ ਜਦੋਂ ਅਸੀਂ ਪਹਿਲਾਂ ਰੋਮੀਆਂ 6 ਬਾਬ ਉਹਦੀ 9 ਤੋਂ 12 ਆਇਤ ਤੱਕ ਪੜ੍ਹਦੇ ਹਾਂ। ਰੋਮੀਆਂ 6 ਬਾਬ ਉਹਦੀ 9 ਤੋਂ 12। ਕਿਉਂ ਜੋ ਅਸੀਂ ਇਹ ਜਾਣਦੇ ਹਾਂ ਭਈ ਮਸੀਹ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫਿਰ ਨਹੀਂ ਮਰਦਾ, ਅਗਾਂਹ ਨੂੰ ਮੌਤ ਦਾ ਉਸ ਉਤੇ ਵਸ ਨਹੀਂ। ਕਹਿੰਦਾ ਕਿ ਅਸੀਂ ਜਾਣਦੇ ਹਾਂ ਕਿ ਮਸੀਹ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ, ਅੱਗੇ ਤੋਂ ਫਿਰ ਬਾਅਦ ਉਹ ਕਦੇ ਵੀ ਮਰਦਾ ਨਹੀਂ ਹੈ। ਅਗਾਂਹ ਨੂੰ ਮੌਤ ਦਾ ਉਹਦੇ ਤੇ ਕੋਈ ਵੀ ਵਸ ਨਹੀਂ ਹੈ। ਜਿਹੜੀ ਮੌਤ ਉਹ ਮੋਇਆ ਉਹ ਪਾਪ ਦੇ ਕਾਰਨ ਇੱਕੋ ਵਾਰ ਮੋਇਆ, ਪਰ ਜਿਹੜਾ ਜੀਵਨ ਉਹ ਜਿਉਂਦਾ ਹੈ ਉਹ ਪਰਮੇਸ਼ਰ ਦੇ ਕਾਰਨ ਜਿਉਂਦਾ ਹੈ। ਜਿਹੜੀ ਮੌਤ ਲਿਖਿਆ ਗਿਆ ਕਿ ਉਹ ਮੋਇਆ ਉਹ ਪਾਪ ਦੇ ਕਾਰਨ ਇੱਕ ਹੀ ਵਾਰ ਮੋਇਆ, ਪਰ ਜਿਹੜਾ ਜੀਵਨ ਉਹ ਜਿਉਂਦਾ ਆ ਉਹ ਪਰਮੇਸ਼ਰ ਦੇ ਕਾਰਨ ਜਿਉਂਦਾ ਹੈ। ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੀ ਵੱਲੋਂ ਮੋਏ ਹੋਏ ਪਰ ਮਸੀਹ ਯੀਸ਼ੂ ਵਿੱਚ ਪਰਮੇਸ਼ਰ ਲਈ ਜਿਉਂਦੇ ਸਮਝੋ। ਹਾਂਜੀ, ਹਿੰਦੀ ਦੇ ਵਿੱਚ। क्योंकि यह जानते हैं कि मसीह मरे हुए में से जी उठकर फिर मरने का नहीं, उस पर फिर मृत्यु की प्रभुता नहीं होने की। क्योंकि वह तो मर गया तो पाप के लिए एक ही बार मर गया, परंतु जो जीवित है तो परमेश्वर के लिए जीवित है। इसलिए पाप तुम्हारे मरण हारते ही। हाँ जी, नश्वर शरीर में, नश्वर शरीर में। इसलिए पाप तुम्हारे नश्वर शरीर में राज्य ना करे कि तुम उसकी लालसाओं के अधीन रहो। तो पाप ਤੁਹਾਡੀ ਮਰਨਹਾਰ ਦੇਹੀਆਂ ਦੇ ਵਿੱਚ ਹੁਣ ਰਾਜ ਨਾ ਕਰੇ ਕਿ ਤੁਸੀਂ ਉਹਦੀਆਂ ਲਾਲਸਾਵਾਂ ਦੇ ਕੀ ਹੋਵੋ, ਅਧੀਨ ਹੋਵੋ। ਜਿਵੇਂ ਮਸੀਹ ਜਿਹੜਾ ਮੋਇਆ ਤੇ ਉਹ ਪਾਪ ਦੇ ਵਾਸਤੇ ਇੱਕ ਹੀ ਵਾਰ ਮੋਇਆ ਤੇ ਪਰਮੇਸ਼ਰ ਦੇ ਕਾਰਨ ਹੁਣ ਕੀ ਆ, ਜਿਉਂਦਾ ਹੈ। ਤੇ ਇਸੇ ਤਰੀਕੇ ਦੇ ਨਾਲ ਕਹਿੰਦਾ ਕਿ ਜਦੋਂ ਅਸੀਂ ਇੱਕ ਵਾਰੀ ਪਾਪ ਵੱਲੋਂ ਮਰ ਚੁੱਕੇ ਹਾਂ, ਪਾਪ ਵੱਲੋਂ ਤੇ ਅਸੀਂ ਮਰ ਚੁੱਕੇ ਹਾਂ ਕਹਿੰਦਾ, ਤੇ ਇਹ ਹੁਣ ਦੁਬਾਰਾ ਤੁਹਾਡੇ ਦੇਹ ਦੇ ਅੰਦਰ ਰਾਜ ਨਾ ਕਰੇ। ਜਿਵੇਂ ਮਸੀਹ ਪਾਪ ਵੱਲੋਂ ਇੱਕ ਵਾਰੀ ਮੋਇਆ ਤੇ ਪਰਮੇਸ਼ਰ ਦੇ ਕਾਰਨ ਹੁਣ ਕੀ ਆ, ਜਿਉਂਦਾ ਆ, ਹੁਣ ਉਹ ਮਰੇਗਾ ਨਹੀਂ। ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਵੀ ਇਹ ਦੇਹ ਜਿਹੜੀ ਆ ਇਹ ਖਰੀਦੀ ਹੋਈ ਦੇਹ ਆ, ਇਹ ਸਾਡੀ ਆਪਣੀ ਪ੍ਰਾਪਰਟੀ ਨਹੀਂ ਆ, ਇਹਦੀ ਕੀਮਤ ਅਦਾ ਕੀਤੀ ਗਈ ਆ। ਤੋ ਨਾ ਤੇ ਸ਼ੈਤਾਨ ਦਾ ਇਹਦੇ ਉੱਤੇ ਕੋਈ ਅਧਿਕਾਰ ਆ, ਨਾ ਹੀ ਸਾਡਾ ਆਪਣਾ ਸਾਡੇ ਆਪਣੀਆਂ ਇਛਾਵਾਂ ਦਾ ਅਧਿਕਾਰ ਆ। ਤੋ ਸਾਨੂੰ ਸਮੇਂ-ਸਮੇਂ ਤੇ ਉਹਨਾਂ ਇਛਾਵਾਂ ਨੂੰ ਵੀ ਡਾਂਟਦੇ ਰਹਿਣਾ ਚਾਹੀਦਾ। ਉਹ ਸਾਰੇ ਦੁਸ਼ਟ ਨੂੰ ਜੋ ਇਸ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ। ਤੋ ਪਾਪ ਦੀ ਵੱਲੋਂ ਅਸੀਂ ਮਰ ਚੁੱਕੇ ਹਾਂ, ਕਰਕੇ ਜਾਣਨਾ ਆ ਅਸੀਂ ਕਿ ਅਸੀਂ ਹੁਣ ਮਰ ਚੁੱਕੇ ਹਾਂ ਉਸ ਵੱਲੋਂ। ਇਹ ਕਿਸੇ ਦੀ ਪ੍ਰਾਪਰਟੀ ਹੋ ਚੁੱਕੀ ਆ, ਇਹਦੇ ਉੱਤੇ ਹੁਣ ਸਾਡਾ ਹੱਕ ਨਹੀਂ ਆ, ਸਾਡਾ ਵਸ ਨਹੀਂ ਆ। ਕਹਿੰਦਾ ਕਿ ਅਸੀਂ ਪਾਪ ਕਰਨ ਦੇ ਵਿੱਚ ਲੱਗੇ ਰਹੀਏ ਕਿ ਕਿਰਪਾ ਬਾਹਲੀ ਹੋਵੇ, ਕਦੇ ਨਹੀਂ ਕਹਿੰਦਾ। ਜਾਣ ਬੁੱਝ ਕੇ ਜਦੋਂ ਅਸੀਂ ਪਾਪ ਕਰਦੇ ਹਾਂ ਤੇ ਫਿਰ ਉਹਨਾਂ ਪਾਪਾਂ ਦੇ ਨਿਮਿਤ ਕੋਈ ਵੀ ਬਲੀਦਾਨ ਨਹੀਂ ਹੁੰਦਾ। ਤੋ ਅੱਜ ਸਾਨੂੰ ਜਦੋਂ ਅਸੀਂ ਸੱਚ ਤੋਂ ਵਾਕਿਫ ਹੋ ਜਾਂਦੇ ਹਾਂ, ਜਦੋਂ ਅਸੀਂ ਰੌਸ਼ਨੀ ਵਿੱਚ ਆ ਜਾਂਦੇ ਹਾਂ, ਜਦੋਂ ਅਸੀਂ ਜਾਗਰਤੀ ਵਿੱਚ ਆ ਜਾਂਦੇ ਹਾਂ, ਜਦੋਂ ਸਾਡੀ ਸਮਝ ਨੂੰ ਖੋਲ ਦਿੱਤਾ ਜਾਂਦਾ, ਜਦੋਂ ਸਾਡੀ ਅੰਦਰੂਨੀ ਅੱਖਾਂ ਨੂੰ ਚਾਨਣ ਦੇ ਦਿੱਤਾ ਜਾਂਦਾ, ਜਦੋਂ ਅਸੀਂ ਸੱਚ ਝੂਠ ਤੇ ਸੱਚ ਦੇ ਬਾਰੇ ਜਾਣ ਜਾਂਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੇ ਪੁੱਤਰ ਦੇ ਬਾਰੇ ਜਾਣ ਜਾਂਦੇ ਹਾਂ, ਫਿਰ ਸਾਨੂੰ ਜਾਣ ਬੁੱਝ ਕੇ ਕਦੇ ਵੀ ਪਾਪ ਕਰਨਾ ਨਹੀਂ ਚਾਹੀਦਾ। ਸਾਨੂੰ ਉਹਨਾਂ ਰਾਹਾਂ ਵੱਲੋਂ ਆਪਣੇ ਕਦਮਾਂ ਨੂੰ ਕੀ ਕਰ ਲੈਣਾ ਚਾਹੀਦਾ, ਮੋੜ ਲੈਣਾ ਚਾਹੀਦਾ, ਕਿਉਂਕਿ ਅਸੀਂ ਉਸ ਸੱਚਾਈ ਦੇ ਰਾਸਤੇ ਦੇ ਉੱਤੇ ਚਲਾਏ ਜਾਂਦੇ ਹਾਂ। ਸਾਡੀ ਦੇਹ ਦੇ ਵਿੱਚ ਪੂਰੀ ਸੱਚਾਈ ਤੇ ਪੂਰੀ ਖਰਿਆਈ ਹੋਵੇ। ਸਾਨੂੰ ਪਾਪ ਨਾਲੋਂ ਅਲੱਗ ਕਰ ਲਿਆ ਗਿਆ, ਸੰਸਾਰ ਨਾਲੋਂ ਅਲੱਗ ਕਰ ਲਿਆ ਗਿਆ, ਸ਼ੈਤਾਨ ਦੇ ਝੁੰਡ ਦੇ ਵਿੱਚੋਂ ਵੀ ਕੀ ਕਰ ਲਿਆ ਗਿਆ, ਅਲੱਗ ਕਰ ਲਿਆ ਗਿਆ ਹੈ। ਅਸੀਂ ਅਲੱਗ ਕੀਤੇ ਹੋਏ ਲੋਕ ਹਾਂ। ਆਪਣੇ ਆਪ ਨੂੰ ਪਾਪ ਵੱਲੋਂ ਮਰਿਆ ਹੋਇਆ ਜਾਣ ਕੇ, ਸੰਸਾਰ ਵੱਲੋਂ ਮਰਿਆ ਹੋਇਆ ਜਾਣ ਕੇ ਤੇ ਆਪਣੇ ਆਪ ਵੱਲੋਂ ਵੀ ਮਰਿਆ ਹੋਇਆ ਜਾਣ ਕੇ ਮਸੀਹ ਵਿੱਚ ਹੋ ਕੇ ਉਮਰ ਬਤੀਤ ਕਰਨੀ ਚਾਹੀਦੀ ਆ। ਕਿਉਂਕਿ ਇਹ ਜਿਹੜੀ ਦੇਹ ਆ, ਜਿਵੇਂ ਪੌਲਸ ਨੇ ਕਿਹਾ ਪਹਿਲਾ ਕਰੰਥੀਆਂ 6 ਬਾਬ ਉਹਦੀ 19 ਤੇ 20 ਆਇਤ ਜਦੋਂ ਪੜ੍ਹਦੇ ਆ, ਪੜ੍ਹ ਦਵਾਂਗੇ ਪਹਿਲਾ ਕਰੰਥੀਆਂ 6 ਦੀ 19 ਤੇ 20 ਆਇਤ। ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ
ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ, ਜਿਹੜੀ ਤੁਹਾਨੂੰ ਪਰਮੇਸ਼ਰ ਦੀ ਵੱਲੋਂ ਮਿਲੀ ਹੈ, ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ। ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ਰ ਦੀ ਵਡਿਆਈ ਕਰੋ। ਹਾਂਜੀ ਜੀ। क्या तुम नहीं जानते कि तुम्हारी देह पवित्र आत्मा का मंदिर है, जो तुम में बसा हुआ है और तुम्हें परमेश्वर की ओर से मिला है, और तुम अपने नहीं हो, क्योंकि दाम देकर मोल लिए गए हो। इसलिए अपनी देह के द्वारा परमेश्वर की महिमा करो। ਤੋ ਇਹਦਾ ਮਤਲਬ ਕਿ ਜਦੋਂ ਅਸੀਂ ਪਾਪ ਦੇ ਵਿੱਚੋਂ ਬਾਹਰ ਕੱਢ ਲਏ ਜਾਂਦੇ ਆ, ਉਸ ਪਾਪ ਦੀ ਦਲਦਲ ਦੇ ਵਿੱਚੋਂ, ਉਸ ਕੀਮਤੀ ਲਹੂ ਦੇ ਵਸੀਲੇ ਜਦੋਂ ਸਾਨੂੰ ਛੁਟਕਾਰਾ ਮਿਲਦਾ ਆ, ਜਦੋਂ ਸਾਡੇ ਅੰਦਰ ਉਹ ਸ਼ੁੱਧਤਾ ਦਾਖਲ ਹੋ ਜਾਂਦੀ ਆ, ਜਦੋਂ ਸਾਡਾ ਜੀਵਨ ਜਿਹੜਾ ਉਹ ਅਲੱਗ ਕਰ ਲਿਆ ਜਾਂਦਾ ਆ ਪਾਪ ਨਾਲੋਂ, ਸੰਸਾਰ ਨਾਲੋਂ, ਜਦੋਂ ਅਸੀਂ ਅਲੱਗ ਤਾਈ ਦੇ ਵਿੱਚ ਆ ਜਾਂਦੇ ਆ, ਜਦੋਂ ਅਸੀਂ ਇੱਕ ਗਵਾਹ ਦੇ ਰੂਪ ਵਿੱਚ ਖੜੇ ਹੋ ਜਾਂਦੇ ਆ, ਤੇ ਕਹਿੰਦਾ ਕਿ ਇਹ ਫਿਰ ਦੇਹ ਜਿਹੜੀ ਆ ਇਹ ਪਵਿੱਤਰ ਆਤਮਾ ਦੀ ਹੈਕਲ ਬਣ ਜਾਂਦੀ ਆ, ਇਹ ਪਵਿੱਤਰ ਆਤਮਾ ਦਾ ਭਵਨ ਬਣ ਜਾਂਦਾ, ਪਵਿੱਤਰ ਆਤਮਾ ਦਾ ਮੰਦਿਰ ਬਣ ਜਾਂਦਾ, ਇਹ ਪਵਿੱਤਰ ਆਤਮਾ ਦੇ ਸਪੁਰਦ ਕਰ ਦਿੱਤੀ ਜਾਂਦੀ ਆ, ਪਵਿੱਤਰ ਆਤਮਾ ਦਾ ਵਾਸ ਇਸ ਮੰਦਿਰ ਦੇ ਵਿੱਚ ਹੋ ਜਾਂਦਾ ਆ। ਫਿਰ ਉਹ ਸਾਡਾ ਸੁਆਮੀ ਆ, ਉਹ ਸਾਡਾ ਮਾਲਕ ਆ। ਫਿਰ ਸਾਨੂੰ ਉਸ ਮਾਲਕ ਦੀ ਸੁਣਨੀ ਚਾਹੀਦੀ ਆ, ਸੁਆਮੀ ਦੀ ਸੁਣਨੀ ਚਾਹੀਦੀ ਆ। ਫਿਰ ਇਸ ਦੇਹੀ ਤੋਂ ਪਰਮੇਸ਼ਰ ਦੀ ਵਡਿਆਈ ਪ੍ਰਗਟ ਹੋਣੀ ਚਾਹੀਦੀ ਆ। ਕਹਿੰਦਾ ਤੁਸੀਂ ਮੁੱਲ ਲੈ ਗਏ ਜੇ, ਦਾਮ ਦੇ ਦਿੱਤਾ ਗਿਆ, ਤੇ ਇਸ ਕਰਕੇ ਇਹ ਦੇਹ ਦੇ ਦੁਆਰਾ ਹੁਣ ਕੀ ਕਰੋ, ਪਰਮੇਸ਼ਰ ਦੀ ਵਡਿਆਈ ਕਰੋ, ਕਿਉਂਕਿ ਇਹ ਦੇਹ ਹੁਣ ਪਵਿੱਤਰ ਆਤਮਾ ਦਾ ਘਰ ਬਣ ਚੁੱਕੀ ਆ, ਪਵਿੱਤਰ ਆਤਮਾ ਦਾ ਵਾਸ ਇਸ ਜਗ੍ਹਾ ਤੇ ਹੋ ਚੁੱਕਾ ਆ। ਤੋ ਇਹਦਾ ਮਤਲਬ ਕਿ ਅੱਜ ਸਾਡੇ ਜੀਵਨ ਦੇ ਵਿੱਚ ਜਾਣ ਬੁੱਝ ਕੇ ਪਾਪ ਨਹੀਂ ਹੋਣਾ ਚਾਹੀਦਾ, ਪਾਪ ਦੇ ਵਿੱਚ ਲੱਗੇ ਨਹੀਂ ਰਹਿਣਾ ਚਾਹੀਦਾ, ਪਾਪ ਮਰਨ ਹਰ ਦੇਹੀ ਦੇ ਵਿੱਚ ਰਾਜ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਨੂੰ ਅਲੱਗ ਕੀਤਾ ਗਿਆ ਆ, ਅਲੱਗ ਕੀਤਾ ਗਿਆ ਸੰਸਾਰ ਦੇ ਵਾਸਤੇ, ਇੱਕ ਨਮੂਨਾ ਆਦਰਸ਼ ਬਣਨ ਦੇ ਵਾਸਤੇ, ਉਹਨਾਂ ਨੌਜਵਾਨਾਂ ਦੇ ਵਾਸਤੇ, ਉਹਨਾਂ ਸਭ ਬੇਟੇ ਬੇਟੀਆਂ ਦੇ ਵਾਸਤੇ ਜੋ ਪਾਪ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ। ਤੋ ਇਹ ਪਵਿੱਤਰ ਆਤਮਾ ਦੀ ਹੈਕਲ ਕਰਕੇ ਇਹਨੂੰ ਹਮੇਸ਼ਾ ਸਮਝਣਾ ਚਾਹੀਦਾ ਕਿ ਇਹ ਪਵਿੱਤਰ ਆਤਮਾ ਦੀ ਹੈਕਲ ਆ, ਪਵਿੱਤਰ ਆਤਮਾ ਦਾ ਭਵਨ ਆ, ਪਵਿੱਤਰ ਆਤਮਾ ਦਾ ਘਰ ਆ। ਤੋ ਪਵਿੱਤਰ ਆਤਮਾ ਦੀ ਹੀ ਇੱਥੇ ਆਵਾਜ਼ ਸੁਣਨੀ ਚਾਹੀਦੀ ਆ, ਪਵਿੱਤਰ ਆਤਮਾ ਦੇ ਚਲਾਏ ਚੱਲਣਾ ਚਾਹੀਦਾ ਆ। ਇਸ ਕਰਕੇ ਪੌਲਸ ਨੇ ਕਿਹਾ ਕਿ ਆਤਮਾ ਨੂੰ ਨਾ ਵਜਾਓ, ਪਵਿੱਤਰ ਆਤਮਾ ਨੂੰ ਗ੍ਰੰਥ ਨਾ ਕਰੋ, ਉਹਨੂੰ ਸ਼ੌਕਤ ਨਾ ਕਰੋ। ਉਹ ਜਦੋਂ ਅਸੀਂ ਪਾਪ ਕਰਨ ਦੇ ਵਿੱਚ, ਸੱਚ ਨੂੰ ਜਾਣ ਕੇ ਪਾਪ ਕਰਨ ਵਿੱਚ ਲੱਗੇ ਰਹਾਂਗੇ ਤਾਂ ਪਵਿੱਤਰ ਆਤਮਾ ਕੀ ਹੋਵੇਗਾ, ਸ਼ੌਕਤ ਹੋਵੇਗਾ, ਗ੍ਰੰਥ ਹੋਵੇਗਾ। ਫਿਰ ਉਹ ਸਾਡੇ ਲਾਭ ਦੇ ਵਾਸਤੇ ਨਹੀਂ ਆ, ਉਹ ਸਾਡੇ ਫਿਰ ਲਾਭ ਦੇ ਵਾਸਤੇ ਨਹੀਂ ਹੋਵੇਗਾ, ਕਿਉਂਕਿ ਲਿਖਿਆ ਗਿਆ ਕਿ ਇਸਰਾਈਲੀ ਬੱਚਿਆਂ ਦੇ ਵਾਸਤੇ ਲਿਖਿਆ ਗਿਆ ਕਿ ਉਹਨਾਂ ਨੇ ਪਵਿੱਤਰ ਆਤਮਾ ਨੂੰ ਜਦੋਂ ਗ੍ਰੰਥ ਕੀਤਾ, ਉਹ ਉਲਟਾ ਉਹਨਾਂ ਦਾ ਕੀ ਬਣ ਗਿਆ, ਵੈਰੀ ਬਣ ਗਿਆ, ਤੇ ਆਪ ਉਹਨਾਂ ਦੇ ਨਾਲ ਲੜਿਆ। ਤੋ ਅੱਜ ਪਾਪ ਤੋਂ ਅਲੱਗ ਕੀਤੇ ਹੋਏ ਜਾਣ ਕੇ, ਮਸੀਹ ਵਿੱਚ ਹੋ ਕੇ, ਆਪਣੇ ਆਪ ਕੋਲੋਂ ਮਰੇ ਹੋਏ ਜਾਣ ਕੇ ਉਹਦੀ ਇੱਛਾ ਦਾ ਜੀਵਨ ਬਤੀਤ ਕਰਨਾ ਚਾਹੀਦਾ ਆ, ਕਿਉਂਕਿ ਇਹ ਦੇਹ ਜਿਹੜੀ ਆ ਇਹ ਖੁਦਾ ਦੀ ਹੈਕਲ ਆ, ਪਵਿੱਤਰ ਆਤਮਾ ਦੀ ਹੈਕਲ ਆ, ਉਹਦਾ ਮੰਦਿਰ ਤੇ ਉਹਦਾ ਭਵਨ ਬਣ ਚੁੱਕੀ ਆ। ਤੋ ਅੱਜ ਇਹ ਦੇਹ ਨੂੰ ਪੂਰੀ ਤਰ੍ਹਾਂ ਉਹਦੇ ਸਪੁਰਦ ਕਰ ਦੇਣਾ ਆ ਕਿ ਅਸੀਂ ਅੱਜ ਹੀ ਆਪਣੀਆਂ ਇੱਛਾਵਾਂ ਨੂੰ ਖਤਮ ਕਰਦੇ ਆ, ਆਪਣੀ ਮਰਜ਼ੀ ਨੂੰ ਖਤਮ ਕਰਦੇ ਆ। ਕੋਈ ਵੀ ਐਸੀ ਆਵਾਜ਼ ਨਹੀਂ ਸੁਣਾਂਗੇ ਜੋ ਵਚਨ ਦੇ ਵਿਰੁੱਧ ਹੋਵੇ, ਖੁਦਾ ਦੀ ਇੱਛਾ ਦੇ ਵਿਰੁੱਧ ਹੋਵੇ, ਤੇ ਉਸ ਆਵਾਜ਼ ਨੂੰ ਅਸੀਂ ਰੱਦ ਕਰਕੇ ਖੁਦਾ ਦੀ ਆਵਾਜ਼ ਨੂੰ ਸੁਣ ਕੇ ਚੱਲਦੇ ਜਾਵਾਂਗੇ। ਕਿਉਂਕਿ ਲਿਖਿਆ ਗਿਆ ਕਿ ਭੇਡ ਆਪਣੇ ਆਜ਼ਾਦੀ ਦੀ ਹੀ ਆਵਾਜ਼ ਨੂੰ ਕੀ ਕਰਦੀ ਆ, ਸੁਣਦੀ ਆ। ਉਹਦੀ ਭੇਡ ਜਿਹੜੀ ਆ ਉਹ ਆਜ਼ਾਦੀ ਦੀ ਆਵਾਜ਼ ਦੀ ਪਹਿਚਾਣ ਰੱਖੇਗੀ ਤੇ ਆਵਾਜ਼ ਸੁਣ ਕੇ ਕੀ ਕਰੇਗੀ, ਚੱਲੇਗੀ। ਤੋ ਅੱਜ ਜਾਣ ਬੁੱਝ ਕੇ ਪਾਪ ਦੇ ਵਿੱਚ ਨਹੀਂ ਫਸਣਾ, ਉਸ ਪਾਪ ਦੇ ਵਿੱਚੋਂ ਨਿਕਲਣਾ। ਪਾਪ ਤੋਂ ਅਲੱਗ ਕੀਤੇ ਹੋਏ ਲੋਕ ਆ। ਪਾਪ ਚਾਹੇਗਾ ਕਿ ਮੈਂ ਫਿਰ ਤੋਂ ਇਹਦੀ ਦੇਹ ਦੇ ਅੰਦਰ ਕੀ ਕਰਾਂ, ਰਾਜ ਕਰਾਂ। ਤਾਂ ਹੀ ਕਿਹਾ ਗਿਆ ਕਿ ਪਾਪ ਤੁਹਾਡੀ ਮਰਨਹਾਰ ਦੇਹੀ ਦੇ ਅੰਦਰ ਫਿਰ ਰਾਜ ਨਾ ਕਰੇ, ਉਹ ਦੁਬਾਰਾ ਰਾਜ ਨਾ ਕਰੇ। ਇਹਦਾ ਮਤਲਬ ਕੋਸ਼ਿਸ਼ ਕਰੇਗਾ ਕਿ ਮੈਂ ਫਿਰ ਇਹਦੇ ਅੰਦਰ ਕੀ ਕਰਾਂ, ਰਾਜ ਕਰਾਂ। ਪਰ ਅਸੀਂ ਹਮੇਸ਼ਾ ਚੌਕਸੀ ਦੇ ਨਾਲ ਚੱਲਣਾ ਆ, ਅਲਰਟ ਹੋ ਕੇ ਚੱਲਣਾ ਆ, ਔਰ ਖੁਦਾ ਦੇ ਪ੍ਰੇਮ ਦੇ ਵਿੱਚ ਬਣੇ ਰਹਿਣਾ, ਉਹਦੇ ਵਚਨ ਦੇ ਵਿੱਚ ਬਣੇ ਰਹਿਣਾ, ਈਮਾਨ ਦੇ ਵਿੱਚ ਬਣੇ ਰਹਿਣਾ, ਸੱਚਾਈ ਦੇ ਵਿੱਚ ਬਣੇ ਰਹਿਣਾ, ਪਵਿੱਤਰਤਾਈ ਦੇ ਵਿੱਚ ਬਣੇ ਰਹਿਣਾ, ਔਰ ਉਹਦੀ ਮਰਜ਼ੀ ਪਹਿਚਾਣ ਦੇ ਵਿੱਚ ਵੱਧਦੇ ਜਾਣਾ, ਈਮਾਨ ਦੇ ਵਿੱਚ ਔਰ ਦ੍ਰਿੜਤਾਈ ਦੇ ਵਿੱਚ ਵੱਧਦੇ ਜਾਣਾ। ਇਹੀ ਸਾਡੇ ਕੋਲੋਂ ਮੰਗਿਆ ਗਿਆ ਹੈ ਕਿ ਅਸੀਂ ਅੱਗੇ ਹੀ ਅੱਗੇ ਕੀ ਕਰਦੇ ਜਾਈਏ,
ਵਧਦੇ ਜਾਈਏ, ਆਪਣੇ ਨਿਸ਼ਾਨੇ ਦੀ ਔਰ ਵਧਦੇ ਜਾਈਏ, ਤਾਂ ਕਿ ਉਹ ਇਨਾਮ, ਉਹ ਪ੍ਰਤੀਫਲ ਪ੍ਰਾਪਤ ਕਰ ਸਕੀਏ ਜੋ ਸਾਡੇ ਸਭਨਾਂ ਦੇ ਵਾਸਤੇ ਕੀ ਕੀਤਾ ਗਿਆ ਆ, ਰੱਖਿਆ ਗਿਆ ਆ। ਤੋ ਅੱਜ ਉਸ ਪ੍ਰਤੀਫਲ ਨੂੰ ਪ੍ਰਾਪਤ ਕਰਨਾ, ਉਸ ਇਨਾਮ ਨੂੰ ਪ੍ਰਾਪਤ ਕਰਨਾ ਆ, ਤੇ ਫਿਰ ਜਾਣ ਬੁੱਝ ਕੇ ਪਾਪ ਕਦੀ ਵੀ ਕਰਨਾ ਨਹੀਂ ਹੈ, ਕਿਉਂਕਿ ਉਸ ਜਾਣ ਬੁੱਝ ਕੇ ਕੀਤੇ ਹੋਏ ਪਾਪਾਂ ਦੇ ਨਿਮਿਤ ਫਿਰ ਕੋਈ ਵੀ ਐਸਾ ਬਲੀਦਾਨ ਨਹੀਂ ਹੈ। ਬਹੁਤ ਸਾਰੇ ਲੋਕ ਸੋਚਦੇ ਨੇ ਕਿ ਕੋਈ ਗੱਲ ਨਹੀਂ, ਮਾਫੀ ਮੰਗ ਲਵਾਂਗੇ, ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਬਾਰ-ਬਾਰ ਯਿਸੂ ਮਸੀਹ ਨੂੰ ਸਲੀਬ ਤੇ ਕਦੀ ਵੀ ਚੜਾਉਣਾ ਨਹੀਂ ਚਾਹੀਦਾ, ਬਲਕਿ ਇਹ ਸੋਚਣਾ ਚਾਹੀਦਾ ਕਿ ਵਕਤ ਜਿਹੜਾ ਇਹ ਬਹੁਤ ਕੀਮਤੀ ਆ। ਤੁਸੀਂ ਨਹੀਂ ਜਾਣਦੇ ਕਿ ਕਦ ਲਾੜਾ ਆ ਜਾਵੇ, ਕਦ ਉਹ ਆਵਾਜ਼ ਆ ਜਾਵੇ, ਕਦ ਦੁਲਹਨ ਉਠਾਈ ਜਾਵੇ। ਇਸ ਕਰਕੇ ਚੌਕਸੀ ਦੇ ਨਾਲ ਹਮੇਸ਼ਾ ਚੱਲਦੇ ਜਾਣਾ ਚਾਹੀਦਾ ਆ, ਔਰ ਇਸ ਪਾਪ ਨੂੰ ਮਰਨਹਾਰ ਦੇਹੀ ਦੇ ਅੰਦਰ ਕਦੇ ਵੀ ਰਾਜ ਕਰਨ ਦੇਣਾ ਨਹੀਂ ਚਾਹੀਦਾ। ਅਲੱਗ ਕੀਤੇ ਹੋਏ ਲੋਕ ਜਾਣ ਕੇ ਆਪਣਾ ਜੀਵਨ ਮਸੀਹ ਵਿੱਚ ਹੋ ਕੇ ਬਤੀਤ ਕਰਨਾ ਚਾਹੀਦਾ। ਅੱਖਾਂ ਬੰਦ ਕਰਾਂਗੇ ਤੇ ਦੁਆ ਦੀ ਹਾਲਤ ਵਿੱਚ Praise the Lord.